हाँ जी, सत श्री अकाल सारिਆਂ ਨੂੰ। आई एम अमरजीत फ्रॉम अमर PTE क्लासेस। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਤੇ ਅੱਜ ਦਾ ਜਿਹੜਾ ਟੌਪਿਕ ਰਹੇਗਾ ਰੀਆਰਡਰ ਪੈਰਾਗ੍ਰਾਫਸ, ਕਿਉਂਕਿ ਮੋਸਟਲੀ ਸਟੂਡੈਂਟਸ ਨੂੰ ਬਹੁਤ ਫੀਅਰ ਹੁੰਦਾ ਹੈ ਕਿ ਉਹਨਾਂ ਨੇ ਜਿਹੜੇ ਰੀਆਰਡਰ ਪੈਰਾਗ੍ਰਾਫਸ ਨੇ ਉਹ ਕਿਵੇਂ ਸੋਲਵ ਕਰਨੇ ਨੇ, ਕਿਉਂਕਿ ਰੀਆਰਡਰ ਪੈਰਾਗ੍ਰਾਫ ਦੇ ਵਿੱਚ ਸਟ੍ਰੈਟਜੀ ਤਾਂ ਸਾਡੇ ਕੋਲ ਬਹੁਤ ਆਉਂਦੀਆਂ ਨੇ, ਕਿਉਂਕਿ YouTube ਤੇ ਵੀ ਅਸੀਂ ਬਹੁਤ ਵੀਡੀਓਜ਼ ਵੀ ਵੇਖਦੇ ਹਾਂ ਤੇ ਵੈਸੇ ਵੀ ਜਦੋਂ ਤੁਸੀਂ ਕੋਚਿੰਗ ਲੈਂਦੇ ਹੋ ਤਾਂ ਉੱਥੇ ਵੀ ਸਟ੍ਰੈਟਜੀ ਉਹ ਦੱਸਦੇ ਨੇ ਕਿ ਤੁਸੀਂ ਕਿਹੜੀਆਂ ਸਟ੍ਰੈਟਜੀਜ਼ ਯੂਜ਼ ਕਰਕੇ ਰੀਆਰਡਰ ਪੈਰਾਗ੍ਰਾਫ ਨੂੰ ਸੋਲਵ ਕਰ ਸਕਦੇ ਹੋ। ਬਟ ਮੋਸਟ ਆਫ ਦੀ ਟਾਈਮ ਕੀ ਹੁੰਦਾ ਹੈ ਕਿ ਸਾਡੇ ਕੋਲ ਕੋਈ ਵੀ ਸਟ੍ਰੈਟਜੀ ਵਰਕ ਨਹੀਂ ਕਰਦੀ, ਕਿਉਂਕਿ ਉੱਥੇ ਸਾਡੇ ਕੋਲ ਜਿਹੜੇ ਸੈਂਟੈਂਸਸ ਹੁੰਦੇ ਨੇ ਤਾਂ ਉਹਦੇ ਵਿੱਚੋਂ ਹੀ ਅਸੀਂ ਦੇਖਣਾ ਹੁੰਦਾ ਹੈ ਕਿ ਅਸੀਂ ਕਿਹੜੇ ਮਤਲਬ ਕਿਵੇਂ ਜਿਹੜਾ ਪੈਰਾਗ੍ਰਾਫ ਹੈ ਉਹਦੀ ਸੈਂਸ ਬਣ ਰਹੀ ਹੈ ਤੇ ਕਿਵੇਂ ਅਸੀਂ ਉਹਨੂੰ ਸੋਲਵ ਕਰ ਸਕਦੇ ਹਾਂ। ਸੋ ਮੈਂ ਕੁਝ ਐਗਜ਼ਾਮਪਲਸ ਲਏ ਨੇ, AP ਯੂਨੀਅਨ ਤੋਂ ਲਏ ਨੇ ਮੈਂ ਐਗਜ਼ਾਮਪਲ। ਤਾਂ ਆਪਾਂ ਸਟਾਰਟ ਕਰਦੇ ਹਾਂ। ਜਿਹੜੇ ਮੈਂ ਐਗਜ਼ਾਮਪਲਸ ਲਏ ਨੇ ਤੇ ਉਹ ਐਗਜ਼ਾਮਪਲਸ ਮੈਂ ਲਏ ਨੇ ਤੁਹਾਡੇ ਦਸੰਬਰ ਪ੍ਰੈਡਿਕਸ਼ਨਸ ਤੋਂ। ਤਾਂ ਜਿਹੜੀ ਦਸੰਬਰ ਪ੍ਰੈਡਿਕਸ਼ਨ ਦੀ ਅਗਰ ਤੁਸੀਂ ਗੱਲ ਕਰੋਗੇ ਤਾਂ 3 ਪੇजेस ਹੀ ਨੇ ਦਸੰਬਰ ਪ੍ਰੈਡਿਕਸ਼ਨ ਦੇ। ਤਾਂ ਆਪਾਂ ਫਰਸਟ ਤੋਂ ਸਟਾਰਟ ਕਰਦੇ ਹਾਂ। ਤੇ ਇਹਦੇ ਵਿੱਚ ਕੀ ਹੈਗਾ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਤਾਂ ਆਪਣੇ ਕੋਲ ਟਾਈਮ ਸ਼ੋ ਹੋ ਰਿਹਾ ਹੈ ਕਿ ਤੁਸੀਂ ਇੱਕ ਪੈਰਾਗ੍ਰਾਫ ਦੇ ਵਿੱਚ ਕਿੰਨਾ ਟਾਈਮ ਯੂਜ਼ ਕਰ ਰਹੇ ਹੋ, ਬਟ ਇਨ ਦੀ ਫਾਈਨਲ ਐਗਜ਼ਾਮ ਯੂ ਹੈਵ ਓਨਲੀ 28 ਮਿੰਟਸ। ਇਨ ਦੈਟ 28 ਮਿੰਟਸ ਯੂ ਹੈਵ ਟੂ ਸੋਲਵ ਆਲ ਦੀ ਰੀਡਿੰਗ ਮੋਡਿਊਲਸ। ਤੁਸੀਂ ਇੱਕ ਪਰਟੀਕੂਲਰ ਤੁਹਾਡੇ ਕੋਲ ਮੋਡਿਊਲ ਦਾ ਟਾਈਮ ਸਪੈਸੀਫਾਈ ਨਹੀਂ ਹੋਏਗਾ, ਯੂ ਹੈਵ ਟੂ ਸੋਲਵ ਆਲ ਦੀ ਮੋਡਿਊਲਸ ਇਨ ਦੀ 28 ਮਿੰਟਸ। ਲੈਟਸ ਸਟਾਰਟ ਨਾਓ। ਫਸਟ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਇੱਕ ਵਾਰ ਕੀ ਕਰਨਾ ਹੈ ਕਿ ਸਾਰੇ ਪੈਰਾਗ੍ਰਾਫਸ ਨੂੰ ਰੀਡ ਕਰਨਾ ਹੈ। ਜਦੋਂ ਤੁਸੀਂ ਰੀਡਿੰਗ ਦੀ ਆਦਤ ਪਾਉਂਦੇ ਹੋ, ਮਤਲਬ ਜਦੋਂ ਤੁਸੀਂ ਬਲੈਂਕਸ ਕਰਦੇ ਹੋ, ਵੈਸੇ ਵੀ ਅਗਰ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਡਿਊਰਿੰਗ ਰੀਡਿੰਗ ਤੁਹਾਨੂੰ ਕੀ ਹੁੰਦਾ ਹੈ ਕਿ ਸਟਾਰਟਿੰਗ ਦੇ ਵਿੱਚ ਤੁਹਾਨੂੰ ਨਹੀਂ ਸਮਝ ਆਉਂਦਾ ਕਿ ਤੁਸੀਂ ਕੀ ਪੜ੍ਹ ਰਹੇ ਹੋ, ਕਿਉਂਕਿ ਐਜ਼ ਸੱਚ ਇਹਨਾਂ ਦਾ ਜਿਹੜਾ ਕੌਨਟੈਕਸਟ ਹੈ ਥੋੜ੍ਹਾ ਡਿਫਰੈਂਟ ਹੁੰਦਾ ਹੈ। ਬਟ ਜਦੋਂ ਤੁਸੀਂ ਰੀਡ ਕਰਨਾ ਸਟਾਰਟ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਨੌਲੇਜ ਮਿਲਦੀ ਹੈ। ਤੁਹਾਨੂੰ ਪਤਾ ਲੱਗਦਾ ਹੈ ਕਿ ਹਾਂ ਮਤਲਬ ਇਸ ਪੈਰਾਗ੍ਰਾਫ ਦੇ ਵਿੱਚ ਇਹਨਾਂ ਲਾਈਨਸ ਦੇ ਵਿੱਚ ਕਿਸ ਚੀਜ਼ ਤੋਂ ਗੱਲ ਹੋ ਰਹੀ ਹੈ, ਕਿਹੜੀ ਚੀਜ਼ ਤੋਂ ਰਿਲੇਟਡ ਗੱਲ ਹੋ ਰਹੀ ਹੈ। ਸੋ ਜਦੋਂ ਵੀ ਤੁਸੀਂ ਰੀਆਰਡਰ ਪੈਰਾਗ੍ਰਾਫ ਨੂੰ ਸਟਾਰਟ ਕਰਨਾ ਹੈ, ਦੈਨ ਫਸਟ ਕੈਨ ਆਲ ਦੀ ਸੈਂਟੈਂਸਿਸ। ਤੁਸੀਂ ਇੱਕ ਜਨਰਲ ਇੰਟਰੋਡਕਸ਼ਨ ਲੈਣਾ ਹੈ ਕਿ ਕੀ ਗੱਲ ਹੋ ਰਹੀ ਹੈ ਲਾਈਨਸ ਦੇ ਵਿੱਚ। ਤਾਂ ਆਪਾਂ ਫਸਟ ਤੋਂ ਸਟਾਰਟ ਕਰਦੇ ਹਾਂ। Who could create a house for $300 and if it was possible then why had not it been done before। ਅਗਰ $300 ਦੇ ਵਿੱਚ ਕੋਈ ਘਰ ਬਣ ਸਕਦਾ ਹੈਗਾ ਤਾਂ ਇਹ ਜੇ ਪੋਸੀਬਲ ਸੀਗਾ ਤਾਂ ਹੁਣ ਤੱਕ ਹੋਇਆ ਕਿਉਂ ਨਹੀਂ ਹੈਗਾ। ਸੋ ਜਿਹੜਾ ਫਰਸਟ ਸੈਂਟੈਂਸ ਹੈ ਉਹ ਸਾਡਾ ਹੂ ਤੋਂ ਸਟਾਰਟ ਹੋ ਰਿਹਾ। ਸੈਕਿੰਡ ਦੇ ਵਿੱਚ ਉਹਨੇ ਗੱਲ ਕੀਤੀ ਹੈ nonetheless they close their blog with a challenge we ask chief executive governments NGOs foundations are there any takers means despite this fact। nonetheless ਹੁੰਦਾ ਕਿ ਇਸ despite this fact ਔਰ ਇਸ ਫੈਕਟ ਨੂੰ ਜਾਣਦੇ ਹੋਏ ਉਹਨਾਂ ਨੇ ਜਿਹੜਾ ਆਪਣਾ ਬਲੌਗ ਹੈਗਾ ਇੱਕ ਚੈਲੰਜ ਦੇ ਨਾਲ ਉਹਨੂੰ ਦੱਸਿਆ ਹੈਗਾ ਕਿ ਚੀਫ ਐਗਜ਼ੀਕਿਊਟਿਵ ਤੇ ਗਵਰਨਮੈਂਟ NGO ਫਾਊਂਡੇਸ਼ਨਸ ਨੂੰ ਦੱਸਿਆ ਹੈ ਕਿ ਕੋਈ ਐਵੇਂ ਦੇ ਟੇਕਰਸ ਹੈਗੇ ਨੇ ਜਿਹੜੇ $300 ਦਾ ਹਾਊਸ ਕ੍ਰੀਏਟ ਕਰ ਸਕਦੇ ਨੇ। ਮਤਲਬ ਆਈ ਥਿੰਕ ਸੋ ਕਿ ਇਸ ਬਾਰੇ ਹੀ ਗੱਲ ਹੋਈ ਹੋਏਗੀ। ਉਸ ਤੋਂ ਬਾਅਦ ਨੈਕਸਟ ਜਿਹੜਾ ਸੈਕਿੰਡ ਹੈ ਉਹ nonetheless ਤੋਂ ਸਟਾਰਟ ਹੋ ਰਿਹਾ ਹੈ ਤੇ ਥਰਡ ਸੈਂਟੈਂਸ ਹੈ when। ਸੋ when ਦੇ ਵਿੱਚ ਉਹਨਾਂ ਨੇ ਦੋ ਦੀ ਗੱਲ ਕੀਤੀ ਹੈ। Vijay Govindarajan and the Christian Sarkar wrote a blog entry on Harvard Business Review in August 2010 mooting the idea of this house for the poor। they were merely expressing a suggestion। means ਉਹਨਾਂ ਨੇ ਆਪਣਾ ਇੱਕ ਬਲੌਗ ਲਿਖਿਆ ਤੇ ਉਹਦੇ ਵਿੱਚ ਉਹਨਾਂ ਨੇ ਮਤਲਬ ਜਿਹੜਾ ਇਹ ਬਲੌਗ ਸੀਗਾ ਉਹ ਰਿਵਿਊ ਹੋਇਆ ਅਗਸਤ 10 ਦੇ ਵਿੱਚ ਤੇ ਉਹਨਾਂ ਨੇ ਜਸਟ ਇੱਕ ਆਈਡੀਆ ਮਤਲਬ ਸਜੈਸ਼ਨ ਦਿੱਤੀ ਸੀਗੀ। ਮੂਟਿੰਗ ਮਤਲਬ ਉਹਨਾਂ ਨੇ ਇੱਕ ਸਜੈਸਟ ਕੀਤਾ ਕਿ ਤੁਸੀਂ $300 ਦਾ ਮਤਲਬ ਜਿਹੜਾ ਹਾਊਸ ਹੈ ਉਹ ਬਣਾ ਸਕਦੇ ਹੋ ਪੂਅਰ ਵਾਸਤੇ ਤੇ ਇਹ ਜਸਟ ਇੱਕ ਸਜੈਸ਼ਨ ਸੀਗਾ। ਉਸ ਤੋਂ ਬਾਅਦ ਉਹਨੇ ਨੈਕਸਟ ਕੀਤਾ ਆਫ ਕੋਰਸ ਦੀ ਆਈਡੀਆ ਵਾਜ਼ ਪ੍ਰੈਜ਼ੈਂਟ ਹੇਅਰ ਇਜ਼ ਐਨ ਐਕਸਪੈਰੀਮੈਂਟ। ਮਤਲਬ ਉਸ ਜਿਹੜਾ ਆਈਡੀਆ ਸੀਗਾ ਉਹ ਜਸਟ ਇੱਕ ਐਕਸਪੈਰੀਮੈਂਟ ਸੀਗਾ, ਮਤਲਬ ਉਹ ਉਹਨਾਂ ਨੇ ਲਿਖਿਆ ਹੈਗਾ। ਐਂਡ ਜਿਹੜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਦੋ ਰਾਈਟਰ ਸੀਗੇ ਜਿਨ੍ਹਾਂ ਨੇ ਬਲੌਗ ਲਿਖਿਆ ਸੀ ਉਹਨਾਂ ਦੀ ਇੰਟਰੋਡਕਸ਼ਨ ਦਿੱਤੀ ਹੈ। ਰੋਡ ਪ੍ਰੋਫੈਸਰ ਦਿਸ ਅ ਪ੍ਰੋਫੈਸਰ ਆਫ ਇੰਟਰਨੈਸ਼ਨਲ ਬਿਜ਼ਨਸ ਐਟ ਦਿਸ ਸਕੂਲ ਆਫ ਬਿਜ਼ਨਸ ਐਂਡ ਮਿਸਟਰ ਸਰਕਾਰਾ ਮਾਰਕੀਟਿੰਗ ਕੰਸਲਟੈਂਟ ਹੂ ਵਰਕ ਔਨ ਦੀ ਇਨਵਾਇਰਮੈਂਟਲ ਇਸ਼ੂਜ਼। ਸੋ ਉਹਨਾਂ ਨੇ ਉਸ ਤੋਂ ਬਾਅਦ ਮਤਲਬ ਇਸ ਆਈਡੀਆ ਤੋਂ ਬਾਅਦ ਵੀ ਮਤਲਬ ਜਿਹੜਾ ਉਹਨਾਂ ਦਾ ਆਈਡੀਆ ਸੀਗਾ ਉਹ ਇੱਕ ਸਕੈਟਰਡ ਜਿਹਾ ਆਈਡੀਆ ਸੀਗਾ। ਜਿਵੇਂ ਉਹਨੇ ਲਿਖਿਆ ਸੱਚ ਅ ਫਾਰ ਆਊਟ ਆਈਡੀਆ। ਫਾਰ ਆਊਟ ਮੀਨਸ ਸਕੈਟਰਡ ਆਈਡੀਆ, ਮਤਲਬ ਜਿਹਦਾ ਤੁਸੀਂ ਕਹਿ ਸਕਦੇ ਹੋ ਕਿ ਕੁਛ ਬਣ ਸਕਦਾ ਜਾਂ ਨਹੀਂ ਬਣ ਸਕਦਾ ਜਾਂ ਉਹ ਆਈਡੀਆ ਹਵਾ ਦੇ ਵਿੱਚ ਹੈਗਾ, ਮਤਲਬ ਦੈਟ ਇਜ਼ ਲਾਈਕ ਅ ਫਾਰ ਆਊਟ। ਸੋ ਜੇ ਮੈਂ ਤੁਹਾਨੂੰ ਪਹਿਲਾਂ ਮਤਲਬ ਜਿਹੜੀਆਂ ਮੈਂ ਵੀ ਟਿਪਸ ਐਂਡ ਟ੍ਰਿਕਸ ਤੁਹਾਡੇ ਨਾਲ ਡਿਸਕਸ ਕੀਤੇ ਸੀਗੇ ਇਹਦੇ ਰੀਆਰਡਰ ਪੈਰਾਗ੍ਰਾਫਸ ਦੇ, ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਟਰਾਈ ਟੂ ਫਾਈਂਡ ਆਊਟ ਦੀ ਇੰਡੀਪੈਂਡੈਂਟ ਸੈਂਟੈਂਸ ਐਂਡ ਦੀ ਸੈਂਟੈਂਸਿਸ ਵਿਚ ਆਰ ਸਟਾਰਟਡ ਫਰੋਮ ਦ।
या फिर तुसी देख सकते हो कि ईयर्स की गल हो रही है, डेट्स की गल हो रही है, तो उसके अकॉर्डिंग तुसी अपना इंडिपेंडेंट सेंटेंस या फर्स्ट सेंटेंस ऑफ द पैराग्राफ कैन फाइंड आउट. बट इन दिस paragraph, first sentence started from who, second is nonetheless, third is when, and next is the of course. but अगर तुसी first sentence की गल कर रहे हो तो उन्हें कहा कि who could create a house, मतलब कौन एवें दा हाउस क्रिएट कर सकता हैगा, तो इस दे विच उन्हें कुछ मैंशन नहीं किया, हु आ गया कि उन्होंने नहीं पता. उस तो बाद उन्हें कहा नन दी लेस, मतलब इस फैक्ट नूं जानते हुए, मतलब इस फैक्ट नूं जानते हुए उन्होंने जिहड़ा अपना ब्लॉग है ਇੱਥੇ ਐਂਡ ਕਰਤਾ, ਇੱਕ ਚੈਲੰਜ ਦੇ ਕੇ ਐਂਡ ਕਰਤਾ. ਸੋ ਜਿਹੜਾ ਫਸਟ ਤੇ ਸੈਕਿੰਡ ਸੈਂਟੈਂਸ ਹੈ ਉਹ ਸਾਡਾ ਓਪਨਿੰਗ ਜਾਂ ਤੁਸੀਂ ਕਹਿ ਸਕਦੇ ਹੋ ਕਿ ਫਸਟ ਸੈਂਟੈਂਸ ਨਹੀਂ ਹੋ ਸਕਦਾ ਆਫ ਦੀ ਰੀਆਰਡਰ ਪੈਰਾਗ੍ਰਾਫ. ਦੈਨ ਗੋ ਔਨ ਦੀ ਥਰਡ ਸੈਂਟੈਂਸ. ਥਰਡ ਸੈਂਟੈਂਸ ਨੇ ਉਹਦੇ ਵਿੱਚ ਲਿਖਿਆ ਕਿ ਵੈਨ ਵਿਜੇ ਗੋਵਿੰਦਾ ਰਾਜਨ ਐਂਡ ਕ੍ਰਿਸਟਨ ਸਰਕਾਰ ਰੌਟ ਅ ਬਲੌਗ, इट कैन बी दी फर्स्ट सेंटेंस, क्योंकि जोड़ा नैक्सट हैगा उहदे विच उन्हें लिखा कि ऑफकोर्स दी आइडिया वी प्रजेंट हेयर इज़ एन एक्सपैरीमेंट, क्योंकि उन्होंने आइडिया प्रजेंट करता बट वो जस्ट एक एक्सपैरीमेंट हैगा. सो इन्हां दोनों का मीनिंग तो एज सच बन रहा है, क्योंकि पहले दे विच उन्होंने ब्लॉग लिखा जिहदे विच उन्होंने एक आइडिया दिता कि तुसी $300 का जिहड़ा हाउस है वो गरीबां वास्ते क्रिएट कर सकते, बट इट जस्ट अ सजैशन. सो दिस इज़ दी फर्स्ट सेंटेंस. ਆਪਾਂ ਇਹਨੂੰ ਲੈ ਕੇ ਜਾਂਦੇ ਹਾਂ ਫਸਟ ਉਹਦੇ ਤੇ ਉਸ ਤੋਂ ਬਾਅਦ ਸਾਡਾ ਹੈਗਾ ਇਸ ਸੈਂਟੈਂਸ ਇਹਨੂੰ ਹੀ ਰਿਲੇਟ ਕਰਦਾ ਹੈ, ਕਿਉਂਕਿ ਇਸ ਆਈਡੀਆ ਨੂੰ ਜਦੋਂ ਉਹਨਾਂ ਨੇ ਲਿਖਿਆ ਕਿ ਇਹ ਜਸਟ ਇੱਕ ਐਕਸਪੈਰੀਮੈਂਟ ਹੈ, ਇਹਨਾਂ ਨੇ ਲਿਖਿਆ ਤੇ ਇਹ ਦੋਨੋਂ ਪ੍ਰੋਫੈਸਰ ਦੀ ਜਿਹੜੀ ਇੰਟਰੋਡਕਸ਼ਨ ਹੈ ਜਿਨ੍ਹਾਂ ਨੇ ਇਹ ਆਈਡੀਆ ਦਿੱਤਾ ਉਹ ਇੰਟਰੋਡਕਸ਼ਨ ਦਿੱਤੀ ਹੈ. ਬਟ ਜਿਹੜਾ ਉਹਨਾਂ ਨੇ ਆਈਡੀਆ ਦਿੱਤਾ ਉਹ ਐਜ਼ ਸੱਚ ਇੱਕ ਸਕੈਟਰਡ ਜਿਹਾ ਆਈਡੀਆ ਹੈਗਾ, ਫਾਰ ਆਊਟ ਆਈਡੀਆ ਹੈ. ਸੋ ਦਿਸ ਇਜ਼ ਦੀ ਲਿੰਕ ਆਫ फर्स्ट सेंटेंस. हुण ये दोनों का लिंक तो आपां नूं समझ आ गया. ਇੱਥੇ ਉਹਨਾਂ ਨੇ ਇੰਟਰੋਡਕਸ਼ਨ ਦਿੱਤੀ ਤੇ ਇੱਥੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਆਈਡੀਆ ਹੈਗਾ ਉਹ ਜਸਟ ਇੱਕ ਪ੍ਰੈਜ਼ੈਂਟ ਕੀਤਾ ਹੈ, ਐਕਸਪੈਰੀਮੈਂਟ ਹੈ. ਉਸ ਤੋਂ ਬਾਅਦ ਕੀ ਹੋਏਗਾ ਐਕਸਪੈਰੀਮੈਂਟ ਦਾ, ਮਤਲਬ ਉਸ ਤੋਂ ਬਾਅਦ ਉਹ ਕੀ ਕੁਝ ਇਹਦਾ ਕਨਕਲੂਜਨ ਹੋ ਸਕਦਾ ਜਾਂ ਨਹੀਂ. ਸੋ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਆਈਡੀਆ ਦਿੱਤਾ ਤਾਂ ਉਸ ਤੋਂ ਬਾਅਦ ਉਹ ਕਹਿ ਰਹੇ ਆ ਕਿ ਹੂ ਕੁਡ ਕ੍ਰੀਏਟ ਅ ਹਾਊਸ, ਮਤਲਬ ਇੱਦਾਂ ਦਾ ਕੋਈ ਹੈ ਜਿਹੜਾ $300 ਦੇ ਵਿੱਚ ਹਾਊਸ ਕ੍ਰੀਏਟ ਕਰ ਸਕਦਾ ਹੈ. ਐਂਡ ਇਫ ਇਟ ਵਾਸ ਪੋਸੀਬਲ, ਜੇ ਇਹ ਪੋਸੀਬਲ ਸੀਗਾ ਤਾਂ ਇਹ ਹੋਇਆ ਕਿਉਂ ਨਹੀਂ. ਸੋ ਇਹ ਵੀ ਹੋ ਸਕਦਾ ਹੈ. ਫੋਰਥ ਤੋਂ ਬਾਅਦ ਫਸਟ. ਉਸ ਤੋਂ ਬਾਅਦ ਹੈਗਾ ਕਿ ਇਸ ਫੈਕਟ ਨੂੰ ਜਾਣਦੇ ਹੋਏ ਦੇ ਕਲੋਜ਼ ਦੇਅਰ ਬਲੌਗ ਵਿਦ ਦ ਚੈਲੰਜ ਵੀ ਆਸਕ ਦਿਸ ਆਰ ਦੇਅਰ ਐਨੀ ਟੇਕਰਸ, ਮਤਲਬ ਇੱਦਾਂ ਦੀ ਕੋਈ ਹੈ ਜੋ ਇਸ ਚੀਜ਼ ਦੀ ਰਿਸਪੋਂਸਿਬਿਲਿਟੀ ਲੈ ਸਕੇ ਕਿ ਉਹ ਹਾਊਸ ਕ੍ਰੀਏਟ ਕਰ ਸਕਦੇ ਆ. ਸੋ ਮੇਰੇ ਅਕੋਰਡਿੰਗ ਜਿਹੜਾ ਤੁਹਾਡਾ ਰਾਈਟ ਆਨਸਰ ਹੋਏਗਾ ਉਹ ਇਹ ਹੋਏਗਾ 3412. ਲੈਟਸ ਚੈੱਕ. ਸੋ ਇਹ ਇਹਦਾ ਆਨਸਰ ਹੈਗਾ 3412. ਸੋ ਇਸ ਤਰ੍ਹਾਂ ਨਾਲ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਜਿਹੜੇ ਪੈਰਾਗ੍ਰਾਫ ਨੇ ਉਹ ਤੁਸੀਂ ਕਿਵੇਂ ਅਰੇਂਜ ਕਰਨੇ ਨੇ, ਕਿਉਂਕਿ ਆਪਾਂ ਨੂੰ ਜਿਹੜੀ ਟਿਪਸ ਮਿਲਦੇ ਨੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇੰਡੀਪੈਂਡੈਂਟ ਫਾਈਂਡ ਆਊਟ ਕਰੋ, ਜਾਂ ਫਿਰ ਤੁਸੀਂ ਐਦਾਂ ਫਾਈਂਡ ਆਊਟ ਕਰੋ ਕਿ ਤੁਹਾਡਾ ਸੈਂਟੈਂਸ ਦ ਤੋਂ ਸਟਾਰਟ ਹੋ ਰਿਹਾ ਹੈ, ਕਿਉਂਕਿ ਜਿਹੜਾ ਵੀ ਪ੍ਰੋਨਾਊਨਸ ਤੋਂ ਸਟਾਰਟ ਹੋ ਰਿਹਾ ਹੈ, ਜਿਵੇਂ ਕਿ ਇੱਥੇ ਆਪਾਂ ਕਹਿ ਰਹੇ ਕਿ ਹੀ ਜਾਂ ਸ਼ੀ ਹੁੰਦਾ ਜਾਂ ਦੇ ਹੁੰਦਾ, ਦੇਅਰ ਹੁੰਦਾ ਜਾਂ ਵੀ ਹੁੰਦਾ, ਤਾਂ ਉਹ ਸਾਡਾ ਫਸਟ ਸੈਂਟੈਂਸ ਨਹੀਂ ਹੋ ਸਕਦਾ. ਸੋ ਫਸਟ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜੇ ਤੁਹਾਨੂੰ ਕੋਈ ਸੈਂਟੈਂਸ ਨਹੀਂ ਮਿਲ ਰਿਹਾ ਤਾਂ ਤੁਸੀਂ, ਜੇ ਤੁਹਾਨੂੰ ਲਾਸਟ ਦੇ ਵਿੱਚ ਕੋਈ ਇੰਡੀਪੈਂਡੈਂਟ ਮਤਲਬ ਕੋਈ ਐਵੇਂ ਦਾ ਸੈਂਟੈਂਸ ਮਿਲ ਰਿਹਾ ਜਿਹਨੂੰ ਤੁਸੀਂ ਰਿਲੇਟ ਕਰ ਸਕੋ, ਤਾਂ ਤੁਸੀਂ ਉਹ ਚੀਜ਼ ਫਾਈਂਡ ਆਊਟ ਕਰਨੀ ਹੈ, ਜਿਵੇਂ ਕਿ ਆਪਾਂ ਨੇ ਇਸ ਪੈਰਾਗ੍ਰਾਫ ਦੇ ਵਿੱਚ ਕੀਤੀ ਹੈ. ਸੋ ਨੈਕਸਟ ਕਰਦੇ ਹਾਂ ਆਪਾਂ. ਸੋ ਇੱਥੇ ਤੁਸੀਂ ਟਾਈਮ ਦਾ ਵੀ ਧਿਆਨ ਰੱਖਣਾ ਹੈ, ਕਿਉਂਕਿ ਜਿਹੜਾ ਰੀਆਰਡਰ ਪੈਰਾਗ੍ਰਾਫ ਹੈਗਾ ਉਹਦੇ ਵਿੱਚ ਤੁਸੀਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ. ਮੀਨਸ ਤੁਸੀਂ 2 ਜਾਂ 2.5 ਮਿੰਟ ਹੀ ਇੱਕ ਪੈਰਾਗ੍ਰਾਫ 'ਤੇ ਲਗਾ ਸਕਦੇ ਹੋ. ਇਹਦੇ ਵਿੱਚ ਗੱਲ ਹੋ ਰਹੀ ਹੈ ਸੋਜਰਨਰਸ ਦੀ. ਸੋਜਰਨਰ. ਸੋ ਫਸਟ ਆਪਾਂ ਨੇ ਕੀ ਕਰਨਾ ਹੈ, ਸਕੈਨ ਕਰਨਾ ਪੈਰਾਗ੍ਰਾਫ ਨੂੰ. ਟਰਾਈ ਟੂ ਸਕੈਨ ਦੀ ਪੈਰਾਗ੍ਰਾਫ ਮੀਨਸ ਤੁਸੀਂ ਆਈਡੀਆ ਲੈਣਾ ਕਿ ਕਿਸ ਤੋਂ ਰਿਲੇਟਡ ਹੈਗਾ. ਸੋ ਜਿਵੇਂ ਉਹਨੇ ਫਸਟ ਲਾਈਨ ਲਿਖੀ ਹੈ ਕਿ ਮੋਰ ਰੀਸੈਂਟ ਮਿਸ਼ਨਸ ਟੂ ਮਾਰਸ ਇਨਕਲੂਡ ਦੀ ਹਿਊਲੀ successful Mars pathfinder which landed a small rover called Sojourner on the surface to explore a region where they may once have been life. Means hugely ਉਹਨਾਂ ਨੇ ਜਿਹੜਾ ਸੀਗਾ ਇੱਕ ਮਿਸ਼ਨ ਸੀਗਾ, ਮਿਸ਼ਨ ਟੂ ਮਾਰਸ ਸੀਗਾ, ਜਿਹਦੇ ਵਿੱਚ ਉਹਨਾਂ ਨੇ ਪਾਥਫਾਈਂਡਰ ਜਿਹੜਾ ਸੀਗਾ ਉਹਦਾ ਨਾਮ ਦਿੱਤਾ, ਵਿਚ ਲੈਂਡਡ ਅ ਸਮਾਲ ਰੋਵਰ, ਜਿਨ੍ਹਾਂ ਨੇ ਇੱਕ ਸਮਾਲ ਰੋਵਰ ਨੂੰ ਲੈਂਡ ਕੀਤਾ ਤੇ ਉਹਦਾ ਨਾਮ ਸੀਗਾ ਸੋਜਰਨਰ. ਉਸ ਤੋਂ ਰਿਲੇਟਡ ਇਹ ਪੈਰਾਗ੍ਰਾਫ ਹੈ. ਔਨ ਦੀ ਸਰਫੇਸ to explore a region where they may once have been life, means ਉੱਥੇ ਕਦੇ ਲਾਈਫ ਸੀਗੀ ਜਾਂ ਮਤਲਬ ਉੱਥੇ ਕਦੇ ਲਾਈਫ ਸੀ ਜਾਂ ਨਹੀਂ ਸੀ, ਮਤਲਬ ਇਸ ਚੀਜ਼ ਨੂੰ ਫਾਈਂਡ ਆਊਟ ਕਰਨ ਵਾਸਤੇ. ਸੈਕਿੰਡ ਦੇ ਵਿੱਚ ਉਹਨੇ ਲਿਖਿਆ ਕਿ the only unfortunate thing have to risen from the mission is the naming of the rocks at the landing site.
मतलब अनफॉर्चुनेटली उत्थों ज़्यादा कुछ नहीं निकलिया, बस आपां उत्थे की कीता कि नेमिंग ऑफ रॉक्स आपां ने उस लैंडिंग साइट ते जो सानू मिलियां उन्हां दी जस्ट नेमिंग कीती है ते कुछ उन्हें नाम दिते ने। थर्ड विच उन्हें लिखिया सिमिलरली द लैंडर विच इमेज सेवरल एरियाज अराउंड द लैंडिंग साइट and took atmospheric measurements lasted a good deal longer than expected। so similarly मतलब इस तो similar भी कोई sentence हो सकता है, इस चीज़ तो थानू ये आइडिया मिल रहा है। लास्ट दे विच उन्हें द सोजर्नर हैज़ नाउ बीन इफेक्टिवली switched off but lasted almost 12 times its expected lifetime। मीनस वैसे ਜਿਹੜਾ ਸੀਗਾ ਜਿਹਨੂੰ ਆਪਾਂ ਨੇ ਰੋਵਰ ਨੂੰ ਨਾਮ ਦਿੱਤਾ ਸੀਗਾ ਸੋਜਰਨਰ, ਉਹ ਸਵਿਚਡ ਆਫ ਹੈ, ਬਟ ਜਿਹੜਾ ਉਹਦਾ ਐਕਸਪੈਕਟਡ ਲਾਈਫ ਟਾਈਮ ਸੀਗਾ ਉਸ ਤੋਂ 12 ਟਾਈਮਸ ਉਹ ਮਤਲਬ ਉਸ ਤੋਂ 12 ਟਾਈਮ ਉਹ ਬੈਟਰ ਰਿਹਾ ਹੈਗਾ, 12 ਟਾਈਮ ਉਹ ਹੈ ਮਤਲਬ ਇਸ ਜ਼ਿਆਦਾ ਹੈਗਾ। ਸੋ ਇਹ ਉਹਨੇ ਲਾਸਟ ਸੈਂਟੈਂਸ ਦੇ ਵਿੱਚ ਕਿਹਾ। ਹੁਣ ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਸੈਂਟੈਂਸ ਨੂੰ ਫਾਈਂਡ ਆਊਟ ਕਰਨਾ ਹੈ ਜਿਹੜਾ ਸਾਡਾ ਓਪਨਿੰਗ ਸੈਂਟੈਂਸ ਹੋ ਸਕਦਾ ਹੈ। ਸੋ ਪਹਿਲਾਂ ਤਾਂ ਮੋਰ ਰੀਸੈਂਟ ਮਿਸ਼ਨ ਦੀ ਗੱਲ ਹੋ ਰਹੀ ਹੈ, ਇਟ ਕੈਨ ਬੀ ਦੀ ਫਸਟ ਸੈਂਟੈਂਸ। ਦੀ ਓਨਲੀ ਅਨਫੋਰਚੂਨੇਟ ਥਿੰਗ, ਹੁਣ ਉਹਨੇ ਕਿਹਾ ਕਿ ਸਿਰਫ ਇੱਕ ਅਨਫੋਰਚੂਨੇਟ ਥਿੰਗ ਇੱਥੋਂ ਸਾਨੂੰ ਮਿਲੀ ਹੈ। ਸੋ ਦ ਦੇ ਨਾਲ ਆਪਾਂ ਕੀ ਕਹਿੰਦੇ ਕਿ ਮੋਸਟਲੀ ਸਾਡੇ ਜਿਹੜਾ ਫਸਟ ਸੈਂਟੈਂਸ ਹੈਗਾ ਉਹ ਹੋ ਸਕਦੇ ਆ, ਬਟ ਇੱਥੇ ਜੇ ਆਪਾਂ ਇਸ ਸੈਂਟੈਂਸ ਦੀ ਗੱਲ ਕਰੀਏ ਤਾਂ ਇੱਥੇ ਆਪਣੇ ਕੋਲ ਹੈਗਾ ਦੀ ਓਨਲੀ ਅਨਫੋਰਚੂਨੇਟ ਥਿੰਗ ਟੂ ਹੈਵ ਅਰਾਈਜ਼ਨ, ਮਤਲਬ ਇਸ ਚੀਜ਼ ਤੋਂ ਇਹ ਚੀਜ਼ ਨਿਕਲੀ ਕਿ ਇਹ ਚੀਜ਼ ਸਾਡੇ ਸਿਰਫ ਇਹ ਕਨਕਲੂਜ਼ਨ ਨਿਕਲਿਆ। ਸੋ ਇਸ ਸੈਂਟੈਂਸ ਦੇ ਵਿੱਚ ਤਾਂ ਕਨਕਲੂਜ਼ਨ ਗਿਵਨ ਹੈਗਾ, ਕਨਕਲੂਜ਼ਨ ਕਦੇ ਵੀ ਸਾਡਾ ਫਸਟ ਸੈਂਟੈਂਸ ਨਹੀਂ ਹੋ ਸਕਦਾ। ਸੋ ਇੱਥੇ ਉਹਨੇ ਗੱਲ ਕਰਿਆ ਕਿ ਸਿਮਿਲਰਲੀ ਦੀ ਲੈਂਡਰ, ਤਾਂ ਮੀਨਸ ਇਸ ਤੋਂ ਰਿਲੇਟਡ ਵੀ ਸਾਡੇ ਕੋਲ ਕੋਈ ਪੁਆਇੰਟ ਹੋ ਸਕਦਾ ਹੈ। ਸੋ ਉਸ ਤੋਂ ਬਾਅਦ ਉਹਨੇ ਲਿਖਿਆ ਕਿ ਸੋਜਰਨਰ ਹੈਜ਼ ਨਾਓ ਬੀਨ ਇਫੈਕਟਿਵਲੀ ਸਵਿਚਡ ਆਫ ਬਟ ਲਾਸਟਡ ਆਲਮੋਸਟ 12 ਟਾਈਮਸ। ਹੁਣ ਉਹ ਸਵਿਚ ਆਫ ਹੈ ਬਟ ਆਪਣੀ ਐਕਸਪੈਕਟਡ ਲਾਈਫ ਟਾਈਮ ਤੋਂ 12 ਗੁਣਾ ਜ਼ਿਆਦਾ ਹੈਗਾ। ਸੋ ਹੁਣ ਆਪਾਂ ਨੇ ਇਹਨਾਂ ਨੂੰ ਅਰੇਂਜ ਕਰਨਾ ਹੈ, ਤਾਂ ਮੇਰੇ ਅਕੋਰਡਿੰਗ ਜਿਹੜਾ ਫਸਟ ਸੈਂਟੈਂਸ ਹੈ ਸਾਡਾ ਇਹੀ ਵਾਲਾ ਰਹੇਗਾ, ਮੋਰ ਰੀਸੈਂਟ ਮਿਸ਼ਨਸ ਟੂ ਮਾਰਸ ਇਨਕਲੂਡ ਦੀ ਹਿਊਜਲੀ ਸਕਸੈਸਫੁਲ ਮਾਰਸ ਫਾਈਂਡਰ, ਕਿਉਂਕਿ ਇੱਥੇ ਉਹਨੇ ਟੌਪਿਕ ਦੀ ਇੰਟਰੋਡਕਸ਼ਨ ਦਿੱਤੀ ਹੈ ਕਿ ਸਾਡੇ ਕੋਲ ਇੱਕ ਮਾਰਸ ਦਾ ਜਿਹੜਾ ਪਾਥ ਫਾਈਂਡਰ ਆਪਾਂ ਨੇ ਸਰਚ ਕੀਤਾ ਹੈ ਤੇ ਜਿਹਨੇ ਇੱਕ ਸਮਾਲ ਰੋਵਰ ਨੂੰ ਆਪਾਂ ਉੱਥੇ ਲੈਂਡ ਕਰਵਾਇਆ called sojourner on the surface to explore the region। so ਜਿਹੜਾ ਸਾਡਾ ਫਸਟ ਸੈਂਟੈਂਸ ਰਹੇਗਾ of the reorder paragraph ਉਹ ਇਹੀ ਰਹੇਗਾ। ਉਸ ਤੋਂ ਬਾਅਦ ਉਹਨੇ ਗੱਲ ਕੀਤੀ ਹੈ ਦੀ only unfortunate, ਤਾਂ ਇਹ ਸੈਕਿੰਡ ਨਹੀਂ ਹੋਏਗਾ। ਸਿਮਿਲਰਲੀ ਦੀ ਲੈਂਡਰ, ਇਹ ਵੀ ਸਾਡਾ ਸੈਕਿੰਡ ਸੈਂਟੈਂਸ ਨਹੀਂ ਹੋਏਗਾ। ਦਿਸ ਕੈਨ ਬੀ ਦੀ ਸੈਕਿੰਡ ਸੈਂਟੈਂਸ, ਕਿਉਂਕਿ ਇੱਥੇ ਉਹਨੇ ਗੱਲ ਇੱਥੇ ਸੋਜਰਨਰ ਦੀ ਗੱਲ ਕੀਤੀ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਸਾਡਾ ਆਬਜੈਕਟ ਹੈ ਇਟ ਕੈਨ ਬੀ ਦੀ ਸਬਜੈਕਟ ਆਫ ਨੈਕਸਟ ਸੈਂਟੈਂਸ। ਸੋ ਇੱਥੇ ਆਬਜੈਕਟ ਸਾਡਾ ਕੀ ਹੋ ਗਿਆ ਸੋਜਰਨਰ, ਸੋ ਇਟ ਕੈਨ ਬੀ ਦੀ ਸਬਜੈਕਟ ਆਫ ਦੀ ਨੈਕਸਟ ਸੈਂਟੈਂਸ। ਸੋ ਇੱਥੇ ਸੋਜਰਨਰ ਹੈਜ਼ ਨਾਓ ਬੀਨ ਇਫੈਕਟਿਵਲੀ ਸਵਿਚਡ ਆਫ ਬਟ ਲਾਸਟਡ ਆਲਮੋਸਟ 12 ਟਾਈਮਸ। ਸੋ ਇਹ ਸਾਡਾ ਕੀ ਹੋਏਗਾ ਸੈਕਿੰਡ ਸੈਂਟੈਂਸ। ਮਤਲਬ ਇੱਥੇ ਉਹਦੀ ਗੱਲ ਹੋਈ, ਸੋ ਉਸ ਉਹਦੀ ਚੀਜ਼ ਦੀ ਉਹਨੇ ਇੰਟਰੋਡਕਸ਼ਨ ਦਿੱਤੀ। ਸੋ ਜੇ ਇਹਦਾ ਜਿਹੜਾ ਲਾਈਫ ਟਾਈਮ ਹੈਗਾ ਉਹ 12 ਟਾਈਮਸ ਮਤਲਬ ਉਹ 12 ਟਾਈਮਸ ਬੈਟਰ ਸੀਗਾ ਉਹਦੇ ਆਫ ਹੋਣ 'ਤੇ ਵੀ, ਤਾਂ ਸਿਮਿਲਰਲੀ ਜਿਹੜਾ ਲੈਂਡਰ ਹੈਗਾ ਜਿਹਨੇ ਮਤਲਬ ਲੈਂਡ ਕਰਵਾਇਆ ਰੋਵਰ ਨੂੰ, ਸੋ ਉਹਦੇ ਵਿੱਚ ਵੀ ਉਹਨੇ ਕੀ ਕੀਤਾ ਕਿ ਇਮੇਜ ਸੈਵਰਲ ਏਰੀਆਜ਼ ਅਰਾਊਂਡ ਦੀ ਲੈਂਡਿੰਗ ਸਾਈਟ, ਤੇ ਉਹਨੇ ਉਸ ਜਿਹੜਾ ਏਰੀਆ ਸੀਗਾ ਉਹਦੀਆਂ ਕੁਝ ਇਮੇਜਸ ਲਈਆਂ ਤੇ ਮੇਜ਼ਰਮੈਂਟਸ ਲਈਆਂ, ਤੇ ਉਹ ਵੀ ਜਿਹੜਾ ਲਾਸਟਡ ਹੈ ਅ ਗੁੱਡ ਡੀਲ ਲੌਂਗਰ ਦੈਨ ਐਕਸਪੈਕਟਡ, ਤੇ ਉਹ ਵੀ ਜਿਹੜੀ ਉਹਦੀ ਐਕਸਪੈਕਟਡ ਲਾਈਫ ਟਾਈਮ ਸੀਗਾ ਉਸ ਤੋਂ ਜ਼ਿਆਦਾ ਬੈਟਰ ਰਿਹਾ। ਸੋ ਜਿਹੜਾ ਥਰਡ ਸੈਂਟੈਂਸ ਹੋਏਗਾ ਉਹ ਇਹ ਹੋਏਗਾ। ਇਹ ਦੋਨਾਂ ਦਾ ਉਹਨੇ ਕਨਕਲੂਜ਼ਨ ਦੱਸਤਾ, ਬਟ ਉਹਨੇ ਕਿਹਾ ਕਿ ਅਸੀਂ ਜਿਹੜਾ ਸਾਡਾ ਮਿਸ਼ਨ ਤਾਂ ਇਹ ਸੀਗਾ ਕਿ ਅਸੀਂ ਜਿਹੜੀ ਉੱਥੇ ਦੇਖਣਾ ਸੀਗਾ ਕਿ ਉੱਥੇ ਲਾਈਫ ਐਗਜ਼ਿਸਟ ਕੀਤੀ ਹੈ ਜਾਂ ਨਹੀਂ ਕੀਤੀ, ਬਟ ਉੱਥੇ ਹੋਇਆ ਕੁਛ ਨਹੀਂ। ਉਹਦਾ ਜਿਹੜਾ ਕਨਕਲੂਜ਼ਨ ਹੈ ਉਹ ਉਹੀ ਨਿਕਲਿਆ ਕਿ ਅਸੀਂ ਉੱਥੇ ਕੁਝ ਜਿਹੜੀਆਂ ਰੌਕਸ ਸਾਨੂੰ ਮਿਲੀਆਂ ਲੈਂਡਿੰਗ ਸਾਈਟ 'ਤੇ, ਅਸੀਂ ਜਸਟ ਉਹਨਾਂ ਨੂੰ ਇੱਕ ਨਾਮ ਦਿੱਤਾ, ਸਿਰਫ ਇਹੀ ਉਸ ਮਿਸ਼ਨ ਦਾ ਐਂਡ ਹੋਇਆ। ਸੋ ਜਿਹੜਾ ਸਾਡਾ ਆਰਡਰ ਸੀਗਾ ਉਹ ਸੀਗਾ 1432। ਸੋ ਆਪਾਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ 1432। ਸੋ ਤੁਸੀਂ ਇਹਨੂੰ ਸਬਮਿਟ ਕਰਕੇ ਵੀ ਚੈੱਕ ਕਰ ਸਕਦੇ ਹੋ, ਅਦਰਵਾਈਜ਼ ਜਿਹੜੇ ਤੁਹਾਡੇ ਕੋਲ ਆਨਸਰਸ ਨੇ ਉਹ ਇੱਥੇ ਗਿਵਨ ਨੇ। ਇਸ ਤਰ੍ਹਾਂ ਨਾਲ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਰੀਆਰਡਰ ਪੈਰਾਗ੍ਰਾਫਸ ਨੂੰ ਸੋਲਵ ਕਰਨਾ ਹੈ। ਸੋ ਸਾਡੇ ਕੋਲ ਜਿਹੜਾ ਟਾਈਮ ਸੀਗਾ ਉਹ 5 ਮਿੰਟਸ ਹੈ, ਕਿਉਂਕਿ ਤੁਸੀਂ ਹਲੇ ਸਟਾਰਟਿੰਗ ਦੇ ਵਿੱਚ ਕਰ ਰਹੇ ਹੋ, ਬਟ ਅਗਰ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡਾ ਮਤਲਬ ਜਿਹੜਾ ਟਾਈਮ ਹੋਏਗਾ ਉਹ ਜ਼ਿਆਦਾ ਇੰਪਰੂਵ ਹੋਏਗਾ। ਤੇ ਨੈਕਸਟ ਜਿਹੜਾ ਪੈਰਾਗ੍ਰਾਫ ਹੈਗਾ ਆਪਣਾ ਉਹ ਹੈਗਾ ਸਮਾਰਟ ਜਾਰਜ ਦੇ ਉੱਤੇ।
ਤੇ ਇੱਥੇ ਜਿਹੜੇ ਆਪਣੇ ਕੋਲ ਪੈਰਾਗ੍ਰਾਫਸ ਗਿਵਨ ਨੇ ਉਹ 5 ਗਿਵਨ ਨੇ। ਸੋ ਇਟ ਮੀਨਸ ਜਦੋਂ ਵੀ ਤੁਹਾਨੂੰ ਤੁਸੀਂ ਫਾਈਨਲ ਦੇ ਵਿੱਚ ਅਟੈਂਪਟ ਕਰਦੇ ਹੋ ਤਾਂ ਫਾਈਨਲ ਦੇ ਵਿੱਚ ਜਿਹੜੇ ਤੁਹਾਡੇ ਕੋਲ ਪੈਰਾਗ੍ਰਾਫਸ ਹੁੰਦੇ ਨੇ ਉਹ 4 to 5 ਹੀ ਹੁੰਦੇ ਨੇ। ਕਦੇ ਵੀ ਤੁਹਾਡੇ ਕੋਲ 3 ਨਹੀਂ ਆਉਂਦਾ ਜਾਂ 6 ਨਹੀਂ ਆਉਂਦੇ, ਹਮੇਸ਼ਾ ਜਿਹੜੀ ਵੇਰੀਏਸ਼ਨ ਰਹੇਗੀ ਉਹ 4 to 5 ਦੀ ਰਹੇਗੀ। ਸੋ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਕਿ ਫਸਟ ਤੁਸੀਂ ਫਾਈਂਡ ਆਊਟ ਕਰਨਾ ਇੰਡੀਪੈਂਡੈਂਟ ਸੈਂਟੈਂਸ, ਤੇ ਤੁਸੀਂ ਰੀਡ ਕਰਨਾ ਹੈ ਕਿ ਜਿਹੜੇ ਪੈਰਾਗ੍ਰਾਫਸ ਨੇ ਉਹ ਕਿਵੇਂ ਰਿਲੇਟ ਹੋ ਸਕਦੇ ਨੇ। So let's start. We should emphasize the old-fashioned virtues of uniting in the face of a crisis of resourcefulness and the community action. Now ਇਹਦੇ ਵਿੱਚ ਉਹਨੇ ਕਿਹਾ ਕਿ ਜਿਹੜਾ ਸਾਡਾ ਐਮਫੇਸਾਈਜ਼ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਜਿਹੜੇ ਤੁਹਾਡੀਆਂ ਪ੍ਰੋਬਲਮਸ ਨੇ ਜਾਂ ਤੁਹਾਡੇ ਕ੍ਰਾਈਸਿਸ ਦਾ ਟਾਈਮ ਹੈਗਾ ਉਹਤੇ ਤੁਸੀਂ ਇੱਕ ਆਪਣੀ ਯੂਨਿਟੀ ਦਿਖਾਉਣੀ ਹੈਗੀ ਹੈ। ਸੋ ਜਿਹੜਾ ਇਹ ਸੈਂਟੈਂਸ ਹੈਗਾ ਉਹ ਹੀ ਤੇ ਸਟਾਰਟ ਹੋ ਰਿਹਾ, ਸੋ ਇਟ ਕੈਨ ਨਾਟ ਬੀ ਦੀ ਫਸਟ ਸੈਂਟੈਂਸ ਔਰ ਦੀ ਓਪਨਿੰਗ ਸੈਂਟੈਂਸ ਆਫ ਦੀ ਰੀਅਲ ਪੈਰਾਗ੍ਰਾਫ। Now go to the second sentence. He proposes that instead of arguing for sacrifice. Now again this sentence is started with he, means he is a pronoun. Now if he is here, then name of this he could be in the next sentences. ਮੀਨਸ ਜਿਹੜਾ ਹੀ ਆਪਾਂ ਨੇ ਇੱਥੇ ਐਜ਼ ਅ ਪ੍ਰਨਾਊਨ ਯੂਜ਼ ਕੀਤਾ ਹੈ ਉਹਦਾ ਜਿਹੜਾ ਨੇਮ ਹੋਏਗਾ ਇਟ ਕੈਨ ਬੀ ਇਨ ਦੀ 3rd, 4th ਔਰ ਦੀ 5th ਸੈਂਟੈਂਸ। ਸੋ ਇਹਨੂੰ ਜੇ ਤੁਸੀਂ ਪੜ੍ਹਨਾ ਹੈ ਤਾਂ ਪੜ੍ਹ ਸਕਦੇ ਹੋ, ਕਿਉਂਕਿ ਇਸ ਪੈਰਾਗ੍ਰਾਫ ਨੂੰ ਪੜ੍ਹਨ ਨਾਲ ਤੁਹਾਨੂੰ ਇਹ ਪਤਾ ਆਈਡੀਆ ਲੱਗ ਜਾਏਗਾ ਕਿ ਇਹ ਸੈਂਟੈਂਸ ਜਿਹੜਾ ਹੈਗਾ ਉਹ ਕਿਸ ਲਾਈਨ ਦੇ ਵਿੱਚ ਆਏਗਾ। ਸੋ ਇਹਨੇ ਕਿਹਾ ਕਿ ਜੇ ਇੰਸਟੈਡ ਆਫ ਆਰਗੂਇੰਗ, ਇੰਸਟੈਡ ਆਫ ਸੈਕਰੀਫਾਈਸ, ਮਤਲਬ ਜੇ ਤੁਸੀਂ ਕਿਸੇ ਨੂੰ ਆਰਗੂ ਕਰ ਰਹੇ ਹੋ ਸੈਕਰੀਫਾਈਸ ਕਰਨ ਲਈ, ਤਾਂ ਬੈਟਰ ਹੈ ਕਿ ਤੁਸੀਂ ਉਸ ਬੰਦੇ ਨੂੰ ਉਸ ਚੀਜ਼ ਦਾ ਰਿਵਾਰਡ ਦਿਓ, ਦੈਟ ਅੰਡਰਸਟੈਂਡਿੰਗ ਵਟ ਦੀ ਸਾਇੰਸ ਇਜ਼ ਸੇਇੰਗ ਐਂਡ ਪਲੈਨਿੰਗ ਅਕੋਰਡਿੰਗ ਟੂ ਦੀ ਸਮਾਰਟ ਥਿੰਗ ਟੂ ਡੂ, which will protect your interest more effectively than flinging abuse at scientist. means ਤੁਸੀਂ ਸਾਇੰਟਿਸਟ ਤੇ ਕੋਈ ਅਬਿਊਜ਼ ਲਗਾ ਰਹੇ ਹੋ ਜਾਂ ਗਲਤ ਚੀਜ਼ ਬੋਲ ਰਹੇ ਹੋ ਤਾਂ ਬੈਟਰ ਹੈ ਕਿ ਤੁਸੀਂ ਉਸ ਚੀਜ਼ ਦਾ ਅਗਰ ਰਿਵਾਰਡ ਦਿਓਗੇ ਤਾਂ ਉਹ ਚੀਜ਼ ਬੈਟਰ ਹੋਏਗੀ। ਨੈਕਸਟ ਹੈ our view is formed by the views of people with whom we mix. ਜਿਹੜੇ ਸਾਡੇ ਵਿਊਜ਼ ਬਣਦੇ ਨੇ ਉਹ ਉਸ ਤਰ੍ਹਾਂ ਬਣਦੇ ਨੇ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਮਿਕਸ ਅਪ ਹੁੰਦੇ ਹੋ। ਨੈਕਸਟ ਉਹਨੇ ਲਿਖਿਆ in his fascinating book Carbon Detox, George Marshall. ਨਾਓ ਜਿਹੜਾ ਹੀ ਸੀਗਾ ਉਹ ਇੱਥੇ ਪਿਆ ਆਪਣੇ ਕੋਲ। In his fascinating book Carbon Detox, George Marshall argues that people are not persuaded by information. ਜਿਹੜੀ ਉਹਦੀ ਬੁੱਕ ਸੀਗੀ ਕਾਰਬਨ ਡਿਟੌਕਸ, ਉਹਦੇ ਵਿੱਚ ਉਹਨੇ ਮੈਂਸ਼ਨ ਕੀਤਾ ਹੈ ਕਿ ਤੁਸੀਂ ਲੋਕਾਂ ਨੂੰ ਇਨਫੋਰਮੇਸ਼ਨ ਦੇ ਕੇ ਆਪਣੀਆਂ ਗੱਲਾਂ ਨਹੀਂ ਮਨਵਾ ਸਕਦੇ। ਮਤਲਬ ਜੇ ਤੁਸੀਂ ਕਿਸੇ ਚੀਜ਼ ਦੀ ਕੋਈ ਇਨਫੋਰਮੇਸ਼ਨ ਗਿਵਨ ਦੇ ਰਹੇ ਹੋ, ਕਿਸੇ ਬੁੱਕ ਦੇ ਵਿੱਚ ਉਹਦੀ ਗੱਲ ਕੀਤੀ ਹੈ, ਤਾਂ ਜ਼ਰੂਰੀ ਨਹੀਂ ਕਿ ਲੋਕ ਤੁਹਾਡੀਆਂ ਗੱਲਾਂ ਨੂੰ ਮੰਨਣਗੇ। So next ਉਹਨੇ ਲਿਖਿਆ of the narratives that might penetrate these circles we are more likely to listen to those that offer us some reward. ਮਤਲਬ ਜੋ ਸਾਨੂੰ ਕੋਈ ਰਿਵਾਰਡ ਦਿੰਦਾ ਹੈ, ਮਤਲਬ ਜਿਹਦੀ ਗੱਲ ਸਾਨੂੰ ਸੁਣਨੀ ਪਸੰਦ ਹੈ ਜਾਂ ਜੋ ਸਾਡੀ ਥੋੜੀ ਅੱਛਾਈ ਕਰਦਾ ਹੈ, ਮਤਲਬ ਜੋ ਸਾਨੂੰ ਐਜ਼ ਮਤਲਬ ਕਿਸੇ ਵੀ ਤਰ੍ਹਾਂ ਦਾ ਰਿਵਾਰਡ ਹੋ ਸਕਦਾ ਹੈ, ਅਸੀਂ ਉਸ ਚੀਜ਼ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਹਾਂ। ਮੀਨਸ ਅਗਰ 10 ਬੰਦੇ ਇੱਕ ਗੱਲ ਕਹਿ ਰਹੇ ਨੇ ਤੇ ਇੱਕ ਬੰਦਾ ਇੱਕ ਕਹਿ ਰਿਹਾ, ਸੋ ਅਸੀਂ ਉਹੀ ਗੱਲ ਸੁਣਦੇ ਹਾਂ ਜਿਹੜਾ 10 ਬੰਦਿਆਂ ਨੇ ਕਹੀ ਹੈ ਤੇ ਅਸੀਂ ਉਸੇ ਗੱਲ ਤੇ ਬਿਲੀਵ ਕਰ ਰਹੇ ਹਾਂ। ਸੋ ਇਹ ਉਹਨੇ 5th ਲਾਈਨ ਦੇ ਵਿੱਚ ਕਿਹਾ। ਸੋ ਫਰਸਟ ਔਰ ਸੈਕਿੰਡ ਸਾਡਾ ਓਪਨਿੰਗ ਸੈਂਟੈਂਸ ਨਹੀਂ ਹੋਏਗਾ, ਥਰਡ ਵੀ ਨਹੀਂ ਹੋਏਗਾ, ਕਿਉਂਕਿ ਹੁਣ ਅਵਰ ਵਿਊ ਦੀ ਗੱਲ ਹੋਗੀ ਤਾਂ ਇਹਨਾਂ ਵਿਊ ਦੀ ਗੱਲ ਕਿਤੇ ਹੋਰ ਵੀ ਹੋਏਗੀ। ਸੋ ਇੱਥੇ ਜਿਹੜੀ ਸਟਾਰਟਿੰਗ ਹੋਏਗੀ ਉਹ ਉਸ ਤੋਂ ਹੋਏਗੀ ਇਨ ਹਿਸ ਫੈਸੀਨੇਟਿੰਗ ਬੁੱਕ। ਉਹ ਇਸ ਚੀਜ਼ ਦੀ ਬੁੱਕ ਹੈ ਕਿ ਤੁਸੀਂ ਲੋਕਾਂ ਨੂੰ ਮਤਲਬ ਨਹੀਂ ਮਨਵਾ ਸਕਦੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਕੇ। ਸੋ ਉਸ ਤੋਂ ਬਾਅਦ ਹੈਗਾ ਕਿ ਜਿਹੜੇ ਸਾਡੇ ਵਿਊਜ਼ ਨੇ, ਮਤਲਬ ਇਹ ਤਾਂ ਅਸੀਂ ਨਹੀਂ ਮਨਵਾ ਸਕਦੇ, ਤਾਂ ਸਾਡੇ ਵਿਊਜ਼ ਬਣਦੇ ਕਿਵੇਂ ਨੇ? our view as formed by the views of people whom we mix. so this is the second sentence. ਸੋ ਇਸ ਐਕਟ ਤੋਂ ਕੀ ਹੁੰਦਾ ਹੈ ਕਿ ਸਾਡੇ ਸਰਕਲਸ, ਮਤਲਬ ਸਾਡਾ ਸਰਕਲ ਐਵੇਂ ਦਾ ਹੁੰਦਾ ਹੈ ਕਿ ਜਿਨ੍ਹਾਂ ਦੀਆਂ ਗੱਲਾਂ ਅਸੀਂ ਜ਼ਿਆਦਾ ਸੁਣਨੀਆਂ ਪਸੰਦ ਕਰਦੇ ਨੇ, ਤੇ ਉਹ ਸਰਕਲ ਕਿਵੇਂ ਬਣਦਾ ਕਿ ਜੋ ਸਾਨੂੰ ਕਿਸੇ ਚੀਜ਼ ਦਾ ਰਿਵਾਰਡ ਦਿੰਦੇ ਨੇ। ਸੋ ਇਹ ਸਾਡਾ ਕੀ ਹੋਏਗਾ 5th sentence. He proposes that instead of arguing for sacrifice, environmentalists should show where the rewards might lie, that understanding what science is saying and planning accordingly is the smart thing to do, which will protect your interest more effectively than this. ਸੋ ਹੀ ਪ੍ਰਪੋਜ਼ਸ, ਮਤਲਬ ਜਿਹੜਾ ਆਪਾਂ ਨੇ ਗੱਲ ਕੀਤੀ ਸੀਗੀ ਜਾਰਜ ਦੀ ਫਸਟ ਸੈਂਟੈਂਸ ਦੇ ਵਿੱਚ, ਤਾਂ ਉਹਨੇ ਇਹ ਚੀਜ਼ ਪ੍ਰਪੋਜ਼ ਕੀਤੀ ਹੈ ਕਿ ਇੰਸਟੈਡ ਆਫ ਆਰਗੂਇੰਗ ਫॉर ਸੈਕਰੀਫਾਈਸ, ਤੁਸੀਂ ਕਿਸੇ ਨੂੰ ਸੈਕਰੀਫਾਈਸ ਕਰਨ ਨੂੰ ਕਹਿ ਰਹੇ ਹੋ ਤਾਂ ਬੈਟਰ ਹੈ ਕਿ ਤੁਸੀਂ ਉਸਨੂੰ ਉਸ ਚੀਜ਼ ਦਾ ਰਿਵਾਰਡ ਦਿਓ, ਤੇ ਤੁਸੀਂ ਜਿਹੜਾ ਅਬਿਊਜ਼ ਕਰਨਾ ਹੈ, ਕਿਸੇ ਨੂੰ ਗਲਤ ਕਹਿਣਾ ਹੈ ਸਾਇੰਟਿਸਟ ਨੂੰ, ਤੇ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਸੋ ਦਿਸ ਇਜ਼ ਦੀ ਨੈਕਸਟ ਸੈਂਟੈਂਸ. Now last ਸਾਡਾ ਆਏਗਾ ਕਿ we should emphasize the old fashioned virtues of uniting in the face of a crisis of resourcefulness and the community action. So let me check the answer.
ਤੁਹਾਡੇ ਕੋਲ ਆਨਸਰ ਨੇ 43521 ਤੇ ਆਪਾਂ ਨੇ ਵੀ ਕੀ ਕੀਤਾ 43521। ਸੋ ਇਨ ਕੇਸ ਅਗਰ ਤੁਹਾਡੀ ਫਸਟ ਜਿਹੜਾ ਕੰਬੀਨੇਸ਼ਨ ਹੈ ਉਹ ਸਹੀ ਹੁੰਦਾ then you will get 1 point, if 3 and 5 is correct then you will get 2 points, if these 3 4 are correct, 4 3 5 then 2, then you will get 3 points and in this case you will get 4 points। in case ਜੇ ਤੁਸੀਂ 3 ਤੇ 5 ਦਾ ਠੀਕ ਬਣਾਉਂਦੇ ਆ 2 ਦਾ ਬਣਾਉਂਦੇ ਹੋ ਉਸ ਕੇਸ ਦੇ ਵਿੱਚ ਵੀ ਤੁਹਾਨੂੰ 2 points ਮਿਲਣਗੇ। ਇਹਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਜੇ ਤੁਹਾਡੀ ਇੱਕ ਪੇਅਰਿੰਗ ਵੀ ਠੀਕ ਬਣ ਰਹੀ ਹੈ then you will get 1 point, but try to make the pair। ਮਤਲਬ ਐਵੇਂ ਨਹੀਂ ਹੈ ਕਿ ਤੁਸੀਂ ਛੱਡ ਦੇਣਾ, ਜਿੰਨਾ ਤੁਹਾਡੇ ਕੋਲੋਂ ਲੱਗਦਾ ਹੈ ਕਿ ਕੋਈ ਗੈਸ ਤੁਹਾਨੂੰ ਸਮਝ ਆ ਰਿਹਾ, ਅਗਰ ਤੁਹਾਨੂੰ ਇਹ ਦੋਨੋਂ ਹੀ ਸਮਝ ਆ ਰਹੇ ਹੈ ਤਾਂ ਤੁਸੀਂ ਉਹਨਾਂ ਦੋਨਾਂ ਨੂੰ ਐਵੇਂ ਹੀ ਉਹਦੀ ਪੇਅਰਿੰਗ ਕਰ ਦਿਓ। ਜਾਂ ਫਿਰ ਤੁਹਾਨੂੰ ਇਹ ਦੋਨੋਂ ਸਮਝ ਆ ਗਏ ਤਾਂ ਇਹ ਲੱਗਦਾ ਕਿ ਤੁਹਾਨੂੰ ਇਸ ਤੋਂ ਪਹਿਲੇ ਹੈਗਾ, ਜਿੰਨਾ ਤੁਹਾਨੂੰ ਸਮਝ ਆ ਰਿਹਾ ਤੁਸੀਂ ਉਸ ਚੀਜ਼ ਦੀ ਪੇਅਰਿੰਗ ਜ਼ਰੂਰ ਕਰਨੀ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਤੁਹਾਡੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ। ਤਾਂ ਲਾਸਟ ਇੱਕ ਪੈਰਾਗ੍ਰਾਫ ਆਪਾਂ ਹੋਰ ਕਰਦੇ ਹਾਂ ਤੇ ਇਹਦੇ ਵਿੱਚ ਤੁਹਾਡੇ ਕੋਲ ਜਿਹੜੇ sentences ਨੇ ਉਹ 4 ਹੀ sentences ਨੇ ਤੇ ਤੁਹਾਡੇ ਕੋਲ ਜਿਹੜੇ ਇਹਦੇ points ਮਿਲਣਗੇ ਉਹ 3 points ਮਿਲਣਗੇ and 1 point for each correct pairing। Let's start। The intention was to record as much music as possible as quickly as possible before encroaching influences like radio and cinema began transforming the region distinctive culture। ਉਹ ਕਹਿੰਦਾ ਕਿ ਜਿਹੜੀ ਉਹਨਾਂ ਦੀ ਇੰਟੈਂਸ਼ਨ ਸੀਗੀ ਉਹ ਸਿਰਫ ਇੰਨੀ ਸੀਗੀ ਕਿ ਉਹਨਾਂ ਨੇ ਜਿਹੜਾ ਮਿਊਜ਼ਿਕ ਹੈ ਉਹਨੂੰ ਰਿਕਾਰਡ ਕਰਨਾ ਹੈ ਐਜ਼ ਸੂਨ ਐਜ਼ ਪੋਸੀਬਲ, ਕਿਉਂਕਿ ਜਿਹੜੇ ਬਾਕੀ ਰੇਡੀਓ ਨੇ ਜਾਂ ਸਿਨੇਮਾ ਨੇ ਉਹਨਾਂ ਨੇ ਜਿਹੜੀ ਉਹਦੀ ਓਰੀਜਨੈਲਿਟੀ ਹੈ ਉਸ ਚੀਜ਼ ਨੂੰ ਉਹ ਖ਼ਤਮ ਕਰ ਦੇਣ। ਸੋ ਬੈਟਰ ਹੈ ਕਿ ਅਸੀਂ ਉਸ ਚੀਜ਼ ਦੀ ਜਿਹੜੀ ਐਕਚੁਅਲ 'ਚ ਹੈਗੀ ਹੈ ਰਿਕਾਰਡਿੰਗ ਉਹ ਕਰ ਲਈਏ। ਤੇ अर्ली in 1938, ਨਾਓ ਇੱਥੇ ਇੱਕ ਈਅਰ ਆ ਗਿਆ, अर्ली in 1938 Mario de Andrade, the municipal secretary of culture here, dispatched a 4-member, ਉਹਨੇ ਇੱਕ 4 members ਦੀ ਟੀਮ ਬਿਤਾਈ ਤੇ ਉਹਨਾਂ ਦਾ ਰਿਸਰਚ ਮਿਸ਼ਨ ਸੀਗਾ ਕਿ ਤੁਸੀਂ ਨਾਰਥ ਈਸਟਰਨ hinterlands of Brazil on a similar mission। ਉਹਨਾਂ ਨੇ ਇੱਕ ਮਿਸ਼ਨ ਤੇ ਮਤਲਬ ਉਸ ਚੀਜ਼ ਨੂੰ ਭੇਜਿਆ ਤੇ ਉਹ ਕਲਚਰ ਤੋਂ ਰਿਲੇਟਡ ਸੀਗੀ ਜਿਹੜਾ ਉਹਨਾਂ ਦਾ ਮਿਸ਼ਨ ਸੀਗਾ। They recorded whoever and whatever seemed to be interesting, piano, coy boys, beggars, मतलब जिन फिशरमैन ਜਿਹੜਾ ਵੀ ਉਹਨਾਂ ਨੇ ਰਿਕਾਰਡ ਕੀਤਾ, ਮਤਲਬ ਜੋ ਵੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਰਿਕਾਰਡ ਕਰ ਲਿਆ। ਥਰਡ ਸੈਂਟੈਂਸ ਦੇ ਵਿੱਚ ਇਹ ਗੱਲ ਹੋਈ ਹੈ। But the Brazilian mission's collection ended up languishing in wallets here। ਸੋ ਇੱਥੇ ਜਿਹੜਾ ਸੈਂਟੈਂਸ ਹੈਗਾ ਸਾਡੇ ਕੋਲ ਇਹ ਤਾਂ ਹੋ ਗਿਆ ਬਟ, ਮਤਲਬ ਇੱਕ ਤਰ੍ਹਾਂ ਨਾਲ ਕੰਟਰੈਕਸ਼ਨ ਆ ਗਈ ਤਾਂ ਬਟ ਸੈਂਟੈਂਸ ਆ ਗਿਆ। ਇੱਥੇ ਹੋ ਗਿਆ ਦੇ, ਅਗੇਨ ਇੱਥੇ ਇੱਕ ਪ੍ਰਨਾਊਨ ਹੈਗਾ ਤੇ ਇੱਥੇ ਆਪਣੇ ਕੋਲ ਦ ਵੀ ਹੈਗਾ ਤੇ अर्ली ਵੀ ਹੈਗਾ। ਸੋ ਇਹਦੇ ਵਿੱਚ ਸਾਡਾ ਕੋਈ ਵੀ ਓਪਨਿੰਗ ਸੈਂਟੈਂਸ ਹੋ ਸਕਦਾ ਹੈ। ਬਟ ਉਹਨੇ ਕਿਹਾ ਦੀ ਇੰਟੈਂਸ਼ਨ ਵਾਜ਼, ਮਤਲਬ ਉਹਨਾਂ ਦੀ ਇੰਟੈਂਸ਼ਨ ਇਹ ਸੀਗੀ ਤਾਂ ਉਸ ਇੰਟੈਂਸ਼ਨ ਦੀ ਗੱਲ ਤਾਂ ਕਿਤੇ ਹੋਈ ਹੋਏਗੀ, ਮਤਲਬ ਉਹ ਇੰਟੈਂਸ਼ਨ ਸੀ ਕਿ ਉਹਨਾਂ ਨੇ ਮਿਊਜ਼ਿਕ ਨੂੰ ਰਿਕਾਰਡ ਕਰਨਾ ਹੈ ਇਸ ਤੋਂ ਪਹਿਲੇ ਕਿ ਜਿਹੜਾ ਉਹਦਾ ਮਿਊਜ਼ਿਕ ਹੈ ਉਹ ਰੇਡੀਓ ਤੇ ਸਿਨੇਮਾ ਵਾਲੇ ਉਹਨੂੰ ਕਿਸੇ ਹੋਰ ਤਰੀਕੇ ਨਾਲ ਉਹਨੂੰ ਟਰਾਂਸਫਾਰਮ ਕਰ ਦੇਣ, ਚੇਂਜ ਕਰ ਦੇਣ। ਸੋ ਇੰਟੈਂਸ਼ਨ ਕਿੱਥੇ ਸੀਗੀ अर्ली in the 1938, ਮਤਲਬ ਉਹ ਇੰਟੈਂਸ਼ਨ ਜਿਹੜੀ ਸੀਗੀ ਉਹ 38 ਦੇ ਵਿੱਚ ਸੀਗੀ ਜਿੱਥੇ ਉਹਨਾਂ ਨੇ ਆਪਣੀ ਇੱਕ ਰਿਸਰਚ ਟੀਮ ਬਣਾਈ ਕਲਚਰ ਮਿਸ਼ਨ ਵਾਸਤੇ। ਸੋ ਜਿਹੜਾ ਫਰਸਟ ਸੈਂਟੈਂਸ ਹੋਏਗਾ ਉਹ ਇਹ ਹੋਏਗਾ ਤੇ ਸੈਕਿੰਡ ਸਾਡਾ ਕੀ ਹੋਏਗਾ ਇਹ ਵਾਲਾ ਹੋਏਗਾ ਕਿ ਉਹਨਾਂ ਦੀ ਇੰਟੈਂਸ਼ਨ ਮਿਊਜ਼ਿਕ ਨੂੰ ਰਿਕਾਰਡ ਕਰਨ ਦੀ ਸੀਗੀ। ਬਟ ਉਸ ਤੋਂ ਬਾਅਦ ਕੀ ਹੈਗਾ ਉਹਨਾਂ ਨੇ ਰਿਕਾਰਡ ਕੀ ਕੀਤਾ, ਜੋ ਵੀ ਉਹਨਾਂ ਨੂੰ ਮਿਲਿਆ ਜੋ ਉਹਨਾਂ ਨੂੰ ਦਿਖਿਆ ਉਹਨਾਂ ਨੇ ਉਹ ਚੀਜ਼ ਉੱਥੇ ਰਿਕਾਰਡ ਕਰ ਲਈ ਤੇ ਉਹ ਸਾਰਾ ਤਾਂ ਹੋ ਗਿਆ, ਮਤਲਬ ਉਹਨਾਂ ਨੇ ਟੀਮ ਵੀ ਬਣਾਤੀ ਤੇ ਰਿਕਾਰਡਿੰਗ ਵੀ ਹੋ ਗਈ। ਬਟ ਉਹਦਾ ਐਂਡ ਅਪ ਕੀ ਹੋਇਆ ਇੱਥੇ ਉਹਨਾਂ ਨੇ ਐਂਡ ਅਪ ਮੈਂਸ਼ਨ ਕੀਤਾ। ਸੋ ਇਸ ਚੀਜ਼ ਤੋਂ ਤੁਸੀਂ ਗੈਸ ਲਾ ਸਕਦੇ ਹੋ ਕਿ ਜਿਹੜਾ ਲਾਸਟ ਸੈਂਟੈਂਸ ਹੋਏਗਾ ਉਹ ਐਂਡਡ ਅਪ ਹੋਏਗਾ। ਸੋ ਇਹ ਤੁਹਾਡਾ ਲਾਸਟ ਸੈਂਟੈਂਸ ਹੋ ਗਿਆ ਬਟ ਦੀ ਬ੍ਰਾਜ਼ੀਲੀਅਨ ਮਿਸ਼ਨਸ ਕਲੈਕਸ਼ਨ ਐਂਡਡ ਅਪ ਮੀ, ਮਤਲਬ ਉਹ ਇੱਕ ਵਾਲਟਸ ਦੇ ਵਿੱਚ ਹੀ ਬੰਦ ਰਹਿ ਗਿਆ, ਉਹਦੀ ਕੋਈ ਆਊਟਪੁੱਟ ਨਹੀਂ ਆਈ। ਸੋ ਇਹ ਸਾਡਾ ਜਿਹੜਾ ਹੈਗਾ ਇਹ ਈਜ਼ੀ ਸੀਗਾ ਕਿਉਂਕਿ ਇੱਥੋਂ ਤੁਹਾਨੂੰ ਈਜ਼ਲੀ ਪਤਾ ਚੱਲ ਜਾਂਦਾ ਹੈ ਕਿਉਂਕਿ ਇੱਥੇ ਉਹਨੇ ਕਲਚਰ ਦੀ ਗੱਲ ਕੀਤੀ ਤਾਂ ਇਹ ਇੰਟੈਂਸ਼ਨ ਇੱਥੇ ਡਿਸਕਸ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੋ ਮਿਲਿਆ ਉਹਨਾਂ ਨੇ ਰਿਕਾਰਡ ਕੀਤਾ। ਬਟ ਐਂਡ ਦਿਸ ਇਜ਼ ended up with this। now let me check the answer। 2134 2134। now in this case ਅਗਰ ਤੁਹਾਡਾ ਇੱਕ ਪੇਅਰਿੰਗ ਕਰੈਕਟ ਹੁੰਦੀ ਹੈ ਦੈਨ 1 ਪੁਆਇੰਟ ਹੈ, 2 ਪੇਅਰਿੰਗਸ ਕਰੈਕਟ ਹੁੰਦੇ 2 ਪੁਆਇੰਟ ਹੈ, ਮੈਕਸਿਮਮ ਤੁਹਾਡੇ 3 ਪੁਆਇੰਟ ਹੈ। ਸੋ ਤੁਹਾਨੂੰ 2 ਰੀਆਰਡਰ ਪੈਰਾਗ੍ਰਾਫਸ ਫਾਈਨਲ ਦੇ ਵਿੱਚ ਜ਼ਰੂਰ ਆਉਂਦੇ ਨੇ, ਕਈ ਵਾਰ ਤੁਹਾਨੂੰ 3 ਵੀ ਆਉਂਦੇ ਨੇ, ਡਿਪੈਂਡ ਕਰਦਾ ਕਿ ਤੁਹਾਨੂੰ ਫਿਲਿੰਗ ਦਾ ਬਲੈਂਕਸ ਜਾਂ ਰੀਡਿੰਗ ਫਿਲਿੰਗ ਦਾ ਬਲੈਂਕਸ ਕਿੰਨੇ ਆਉਂਦੇ ਨੇ। ਸੋ ਮੋਸਟਲੀ ਜਿਹੜੇ ਰੀਡਿੰਗ ਦੇ ਕੁਐਸਚਨਸ ਹੁੰਦੇ ਨੇ ਉਹ 14 to 15 ਵੇਰੀ ਕਰਦੇ ਨੇ, 14 ਤਾਂ ਆਉਣੇ ਹੀ ਆਉਣੇ ਨੇ।
ਸੋ ਤੁਸੀਂ ਮੰਨ ਕੇ ਚੱਲੋ ਕਿ ਜਿਹੜੇ ਤੁਹਾਨੂੰ 5 ਉਹਦੇ ਆ ਰਹੇ ਨੇ, ਤਾਂ ਜੇ ਤੁਹਾਨੂੰ 4 ਦੂਜੀਆਂ ਬਲੈਂਕਸ ਆ ਗਈਆਂ ਤਾਂ 9 ਹੋ ਗਏ, ਤਾਂ ਤੁਹਾਨੂੰ 2 A ਵਾਲੇ ਆਉਣਗੇ ਹੀ ਆਉਣਗੇ। ਸੋ ਇਸ ਤਰ੍ਹਾਂ ਨਾਲ ਤੁਸੀਂ ਆਪਣੀ ਪਲੈਨਿੰਗ ਕਰਨੀ ਹੈ, ਤੇ ਤੁਸੀਂ 2 ਤੋਂ 2.5 ਮਿੰਟ ਤੋਂ ਜ਼ਿਆਦਾ ਇਸ ਤੇ ਟਾਈਮ ਵੇਸਟ ਨਹੀਂ ਕਰਨਾ। ਜੋ ਤੁਹਾਨੂੰ ਸਮਝ ਆ ਗਿਆ ਤੁਸੀਂ ਉਸ ਚੀਜ਼ ਦੇ ਅਕੋਰਡਿੰਗ ਇਹਦੀ ਪੇਅਰਿੰਗ ਕਰਨੀ ਹੈ, ਕਿਉਂਕਿ ਯੂ ਵਿਲ ਗੈਟ ਓਨਲੀ 6 to 7 ਪੁਆਇੰਟਸ ਇਨ ਦੀ ਰੀਆਰਡਰ ਪੈਰਾਗ੍ਰਾਫ। ਬਟ ਰੀਡਿੰਗ ਦੇ ਵਿੱਚ ਬੱਚਿਆਂ ਨੂੰ ਕੀ ਹੁੰਦਾ ਹੈ ਕਿ ਉਹਨਾਂ ਦੇ ਰੀਡਿੰਗ 'ਚ ਮੋਸਟਲੀ ਨੰਬਰ ਘੱਟਦੇ ਨੇ। ਸੋ ਬੈਟਰ ਹੈ ਕਿ ਤੁਸੀਂ ਜਿੰਨੀਆਂ ਵੀ ਪ੍ਰੈਡਿਕਸ਼ਨਸ ਗਿਵਨ ਹੁੰਦੀਆਂ ਨੇ ਤੁਸੀਂ ਉਹ ਪ੍ਰੈਡਿਕਸ਼ਨਸ ਕਰ ਲਓ। ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਟੌਪਿਕ ਦੇ ਵਿੱਚ ਕੋਈ ਡਾਊਟ ਹੈਗਾ, ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਕੰਟੈਕਟ ਨੰਬਰ ਮੇਰਾ ਗਿਵਨ ਹੈਗਾ। ਫਿਰ ਵੀ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਕੁਝ ਕੁਐਰੀਜ਼ ਨੇ ਤਾਂ ਤੁਸੀਂ ਆਪਣੀ ਕੁਐਰੀਜ਼ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ, ਜਾਂ ਫਿਰ ਮੈਨੂੰ ਮੇਲ ਕਰ ਸਕਦੇ ਹੋ amarpteclasses@gmail.com। ਤੇ ਉਸ ਤੋਂ ਇਲਾਵਾ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਵੀਡੀਓਜ਼ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਐਂਡ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਥੀਸ ਵੀਡੀਓਜ਼। ਥੈਂਕ ਯੂ।